ਤਸਵੀਰਾਂ ਜਿਹੜੀਆਂ ਤੁਹਾਨੂੰ ਸੇਖੂਵਾਲ ਪਿੰਡ ਦੀਆਂ ਵਿਖਾ ਰਹੇ ਹਾਂ। ਹਾਲਤ ਇਸ ਤਰ੍ਹਾਂ ਦੀ ਹੈ ਕਿ ਪਿੰਡ ਦੇ ਲੋਕ ਦੱਸਦੇ ਨੇ ਕਿ ਸਿਰਫ ਇੱਕ ਰੋਟੀ ਹੀ ਜੁੜਦੀ ਹੈ। ਅੱਜ ਵੀ ਅਸੀਂ ਜਿਹੜਾ ਹੈਗਾ ਕੇਸ ਝਗੜ ਰਹੇ ਹਾਂ। ਜਾਂਦਾ ਔਰ ਫਿਰ ਤੀਜਾ ਉਜਾੜਾ ਜਿਹੜਾ ਅੱਜ ਇਹ ਬਜ਼ੁਰਗ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ। ਦਿਹਾੜੀ ਦਾ ਪਾ ਕਰਕੇ ਅਸੀਂ ਜ਼ਮੀਨ ਦਾ ਕੇਸ ਕੂਸ ਵੀ ਲਾਇਆ ਤੇ ਹੋਰ ਤਾਂ ਕੋਈ ਸਾਡਾ ਸਾਧਨ ਨਹੀਂ ਸੀ ਜੀ। ਹੁਣ ਤੁਸੀਂ ਇੱਥੇ ਇੰਡਸਟਰੀਅਲ ਪਾਰਕ ਬਣਾ ਲਓਗੇ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਜੀ। ਕੋਈ ਨਹੀਂ ਸੁਣ ਰਿਹਾ। ਅਸੀਂ ਇਹਨਾਂ ਦੇ 2 ਸਾਲ ਵਰਕਰੀ ਵੀ ਕੀਤੀ। ਇਹਨਾਂ ਦੇ ਅਸੀਂ ਪਤਾ ਨਹੀਂ ਕਿੰਨੀਆਂ ਕਰੈਲੀਆਂ ਤੇ ਜਾ ਕੇ ਇਹਨਾਂ ਦੇ ਹੱਕ ਵਿੱਚ ਬਿਆਨ ਦਿੱਤੇ। ਸਤਿ ਸ਼੍ਰੀ ਅਕਾਲ, ਤੁਸੀਂ ਇੰਡੋ ਕੈਨੇਡਾ ਟੀਵੀ ਦੇ ਨਾਲ ਜੁੜੇ ਹੋ। ਮੈਂ ਮਨਪ੍ਰੀਤ ਰਾਮਨਵਾਸ। ਪਿੰਡ ਸੇਖੂਵਾਲ ਦੇ ਵਿੱਚ ਖੜੇ ਹੋਏ ਹਾਂ। ਬਹੁਤ ਸਾਰੀਆਂ ਅਖਬਾਰਾਂ ਦੀਆਂ ਖਬਰਾਂ ਨੇ ਵੀ ਤੁਹਾਨੂੰ ਦੱਸਿਆ ਹੋਣਾ ਹੈ ਕਿ ਸੇਖੂਵਾਲ ਦਾ ਮਸਲਾ ਕੀ ਹੈ। ਬਹੁਤ ਸਾਰਾ ਇਲੈਕਟ੍ਰੋਨਿਕ ਮੀਡੀਆ ਵੀ ਤੁਹਾਨੂੰ ਵਿਖਾ ਰਿਹਾ ਹੈ। ਅੱਜ ਅਸੀਂ ਵੀ ਸੇਖੂਵਾਲ ਪਿੰਡ ਦੇ ਵਿੱਚ ਹਾਂ ਔਰ ਜਿਸ ਸੇਖੂਵਾਲ ਦੀ ਜ਼ਮੀਨ ਹੈ ਜਿਹੜੀ ਜਿੱਥੇ ਇੰਡਸਟਰੀਅਲ ਪਾਰਕ ਲੱਗਣੀ ਹੈ, ਇਸ ਪਿੰਡ ਦੇ ਲੋਕ ਬਿਲਕੁਲ ਵੀ ਸਹਿਮਤ ਨਹੀਂ ਹੈਗੇ। ਇਹ ਪਿੰਡ ਦੇ ਲੋਕ ਵਾਰ-ਵਾਰ ਕਹਿ ਰਹੇ। ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਸਲਾ ਹੈ, ਕੀ ਹੈਗਾ, ਕਿਸ ਤਰ੍ਹਾਂ ਇਹ ਜ਼ਮੀਨਾਂ ਨੂੰ ਜਿਹੜਾ ਉਪਜਾਊ ਬਣਾਉਂਦੇ ਨੇ, ਕਿਸ ਤਰ੍ਹਾਂ ਜ਼ਮੀਨਾਂ ਦੀ ਹਾਲਤ ਸੁਧਾਰਦੇ ਨੇ ਤੇ ਅੱਜ ਜਦੋਂ ਹਾਲਤ ਸੁਧਰਦੀ ਹੈ, ਫਸਲਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜ਼ਮੀਨ ਜਿਹੜੀ ਇਹਨਾਂ ਦੇ ਹੱਥੋਂ ਖੁੱਸਦੀ ਨਜ਼ਰ ਆ ਰਹੀ ਹੈ। ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ 3 ਵਾਰ ਉਜੜਦੇ ਹਾਂ। ਪਹਿਲਾਂ ਪਾਕਿਸਤਾਨ ਤੋਂ 47 ਦੀ ਵੰਡ ਵੇਲੇ ਉਜਾੜਿਆ ਜਾਂਦਾ ਸਾਨੂੰ, ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਅਸੀਂ ਅੰਮ੍ਰਿਤਸਰ ਦੇ ਵਿੱਚ ਆਉਣੇ, ਉੱਥੋਂ ਵੀ ਉਜਾੜਿਆ ਜਾਂਦਾ ਔਰ ਫਿਰ ਤੀਜਾ ਉਜਾੜਾ ਜਿਹੜਾ ਅੱਜ ਇਹ ਬਜ਼ੁਰਗ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ। ਔਰ ਇਹ ਤਸਵੀਰਾਂ ਨੇ ਜਿਹੜੀਆਂ ਇਸ ਪਿੰਡ ਦੀ ਘਰਾਂ ਦੀਆਂ ਤਸਵੀਰਾਂ ਨੇ। ਹਾਲਤ ਤੁਹਾਨੂੰ ਵਿਖਾ ਦਈਏ, ਕੈਮਰਾਮੈਨ ਨੂੰ ਕਹੂੰਗਾ ਕਿ ਕਿੰਨੀ ਕੁ ਚੰਗੀ ਹਾਲਤ ਹੈ ਇਸ ਪਿੰਡ ਦੇ ਲੋਕਾਂ ਦੀ। ਪਰ ਜੇਕਰ ਇਹਨਾਂ ਦੇ ਜ਼ਮੀਨ ਵੀ ਹੱਥੋਂ ਖੁੱਸ ਜਾਂਦੀ ਹੈ, ਜ਼ਮੀਨ ਵੀ ਇਹਨਾਂ ਦੇ ਹੱਥੋਂ ਚਲੀ ਜਾਂਦੀ ਹੈ ਤਾਂ ਫਿਰ ਇਸ ਪਿੰਡ ਦੇ ਲੋਕਾਂ ਦੀ ਹਾਲਤ ਕੀ ਹੋਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਵੱਲੋਂ ਇੱਕ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਇਸ ਪਿੰਡ ਦੇ ਜਿਹੜੇ ਬਜ਼ੁਰਗ ਸੀਗੇ ਉਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਆਉਂਦੇ ਨੇ ਔਰ ਇਹਨਾਂ ਜ਼ਮੀਨਾਂ ਨੂੰ ਉਪਜਾਊ ਬਣਾਉਂਦੇ ਨੇ। ਬਹੁਤ ਸਾਰੀ ਲਗਾਤਾਰ ਮਿਹਨਤ ਕਰਦੇ ਨੇ ਤਾਂ ਜਾ ਕੇ ਇੱਥੇ ਫਸਲਾਂ ਹੁੰਦੀਆਂ ਨੇ। ਪਰ ਉਦੋਂ ਤੋਂ ਲੈ ਕੇ ਪਿੰਡ ਦੇ ਲੋਕ ਦੱਸਦੇ ਨੇ ਕਿ ਅਸੀਂ ਲਗਾਤਾਰ ਜਿਹੜੇ ਹੈਗੇ ਨੇ ਕੇਸ ਲੜ ਰਹੇ ਹਾਂ, ਕਦੇ ਹਾਈ ਕੋਰਟ, ਕਦੇ ਸੁਪਰੀਮ ਕੋਰਟ, ਕਦੇ ADC ਦੇ ਸਾਡਾ ਕੇਸ ਹੁੰਦਾ ਹੈ। ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਸੇਖੂਵਾਲ ਪਿੰਡ ਦੀਆਂ ਅਸੀਂ ਵਿਖਾ ਰਹੇ ਹਾਂ। ਹਾਲਤ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਵਿਖਾ ਦੇਵੇ ਕਿੰਨੀ ਕੁ ਚੰਗੀ ਜਿਹੜੀ ਹੈਗੀ ਆ ਹਾਲਤ ਇਸ ਪਿੰਡ ਦੇ ਪਰਿਵਾਰਾਂ ਦੀ ਹੈ। ਔਰ ਜਿਹੜੀ ਜ਼ਮੀਨ ਦੀ ਗੱਲ ਅੱਜ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਜਿਹੜੀ ਜ਼ਮੀਨ ਤੇ ਉੱਤੇ ਇੰਡਸਟਰੀਅਲ ਪਾਰਕ ਬਣਾਉਣ ਦੀ ਗੱਲ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਕਾਂਗਰਸ ਸਰਕਾਰ ਦੇ ਸਮੇਂ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਆਪੋਜੀਸ਼ਨ ਦੀ ਜੇ ਗੱਲਬਾਤ ਕਰ ਲਵਾਂ, ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜੇ ਗੱਲ ਕਰ ਲਵਾਂ, ਕੁਲਤਾਰ ਸਿੰਘ ਸੰਧਵਾ ਦੀ ਗੱਲ ਕਰ ਲੈਣਾ। ਅੱਜ ਕੱਲ੍ਹ ਵਿਧਾਨ ਸਭਾ ਦੇ ਸਪੀਕਰ ਨੇ ਔਰ ਸਰਬਜੀਤ ਕੌਰ ਮਾਣੂਕੇ ਜਿਹੜੇ ਵਿਧਾਇਕ ਨੇ ਜਗਰਾਉਂ ਤੋਂ, ਉਹ ਵੀ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਨਾਲ ਖੜਨ ਦੀ ਗੱਲ ਕਰਦੇ ਨੇ। ਹਰਪਾਲ ਸਿੰਘ ਚੀਮਾ ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਅੱਜ ਕੱਲ੍ਹ, ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਹਰ ਵਕਤ ਤੁਹਾਡੇ ਨਾਲ ਖੜਾਂਗੇ। ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਮੱਤੇਵਾੜਾ ਜੰਗਲ ਦਾ ਉਜਾੜਾ ਤੇ ਇਸ ਪਿੰਡ ਦਾ ਉਜਾੜਾ ਜਿਹੜਾ ਹੈਗਾ ਨਹੀਂ ਹੋਣ ਦਿੱਤਾ ਜਾਵੇਗਾ। ਉਹ ਨਾਲ ਇਹ ਵੀ ਸ਼ਬਦ ਵਰਤਦੇ ਨੇ ਕਿ ਜਿਹੜੇ ਲੋਕ, ਜਿਹੜੇ ਲੀਡਰ ਇਹ ਕਰ ਰਹੇ ਨੇ ਉਹ ਵੱਡੇ ਵੱਡੇ ਫਾਰਮ ਹਾਊਸਾਂ ਦੇ ਵਿੱਚ ਹੈ ਔਰ ਅਸੀਂ ਆਮ ਘਰਾਂ ਦੇ ਉਜਾੜੇ ਆ ਜਿਹੜੇ ਨਹੀਂ ਹੋਣ ਦੇਵਾਂਗੇ। ਤਸਵੀਰਾਂ ਜਿਹੜੀਆਂ ਤੁਹਾਨੂੰ ਸੇਖੂਵਾਲ ਪਿੰਡ ਦੀਆਂ ਵਿਖਾ ਰਹੇ ਹਾਂ। ਹਾਲਤ ਇਸ ਤਰ੍ਹਾਂ ਦੀ ਹੈ ਕਿ ਪਿੰਡ ਦੇ ਲੋਕ ਦੱਸਦੇ ਨੇ ਕਿ ਸਿਰਫ ਇੱਕ ਰੋਟੀ ਹੀ ਜੁੜਦੀ ਹੈ। ਅੱਜ ਵੀ ਅਸੀਂ ਜਿਹੜਾ ਹੈਗਾ ਕੇਸ ਝਗੜ ਰਹੇ ਹਾਂ ਔਰ ਅੱਜ ਵੀ ਸਿਰਫ ਇੱਕ ਰੋਟੀ ਦਾ ਹੀ ਹੀਲਾ ਹੈਗਾ ਜਿਹੜਾ ਅਸੀਂ ਕਰ ਰਹੇ ਹਾਂ। ਲੇਕਿਨ ਜੇ ਸਾਡੇ ਹੱਥੋਂ ਇਹ ਜ਼ਮੀਨ ਖੁੱਸ ਜਾਂਦੀ ਹੈ ਤਾਂ ਫਿਰ ਪਰਿਵਾਰਾਂ ਦੀ ਹਾਲਤ ਜਿਹੜੀ ਹੈ ਕਿਸ ਤਰ੍ਹਾਂ ਦੀ ਹੋਵੇਗੀ, ਤੁਸੀਂ ਆਪ ਅੰਦਾਜ਼ਾ ਲਾ ਲਵੋ। ਸਿਆਸਤ ਦੇ ਵਿੱਚ ਕਹਿੰਦੇ ਨੇ ਕੁਝ ਵੀ ਸਥਿਰ ਨਹੀਂ ਹੁੰਦਾ। ਸਿਆਸਤ ਦੇ ਵਿੱਚ ਕਦੋਂ ਕੁਝ ਵੀ ਬਦਲ ਜਾਂਦਾ ਹੈ ਪਤਾ ਨਹੀਂ ਲੱਗਦਾ ਹੈ। ਜਦੋਂ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਹੁੰਦੀ ਹੈ ਉਦੋਂ ਉਸ ਨੂੰ ਇਹ ਤਜਵੀਜ਼ ਚੰਗੀ ਨਹੀਂ ਲੱਗਦੀ, ਇਹ ਇੰਡਸਟਰੀਅਲ ਪਾਰਕ ਚੰਗਾ ਨਹੀਂ ਲੱਗਦਾ। ਉਦੋਂ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਗਲਤ ਹੋ ਰਿਹਾ ਔਰ ਉਹਨਾਂ ਨੂੰ ਉਸ ਸਮੇਂ ਵਾਤਾਵਰਨ ਦਾ ਹੀ ਬਹੁਤ ਵੱਡਾ ਫਿਕਰ ਸੀ, ਸਤਲੁਜ ਦੇ ਪਾਣੀ ਦਾ ਵੀ ਵੱਡਾ ਫਿਕਰ ਸੀ, ਧਰਤੀ ਹੇਠਲੇ ਪਾਣੀ ਦਾ ਵੀ ਵੱਡਾ ਫਿਕਰ ਸੀ। ਪਰ ਹੁਣ ਉਹ ਮੌਜੂਦਾ
ਸਰਕਾਰ ਦੇ ਵਿੱਚ ਨੇ, ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਔਰ तमाम ਉਹ ਲੀਡਰ ਵੱਡੇ ਅਹੁਦਿਆਂ ਦੇ ਉੱਤੇ ਨੇ, ਪਰ ਅੱਜ ਉਹਨਾਂ ਨੂੰ ਇਸ ਪਿੰਡ ਦੀ ਹਾਲਤ ਵੀ ਨਹੀਂ ਵਿਖ ਰਹੀ ਔਰ ਇਸ ਪਿੰਡ ਦੇ ਲੋਕਾਂ ਦਾ ਦਰਦ ਜਿਹੜਾ ਉਹਨਾਂ ਨੂੰ ਨਹੀਂ ਦਿਖ ਰਿਹਾ। ਇਹ ਸੇਖੂਵਾਲ ਪਿੰਡ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। 250 ਦੇ ਤਕਰੀਬਨ ਜਿਹੜੇ ਹੈਗੇ ਨੇ ਇੱਥੇ ਘਰ ਨੇ, 250 ਪਰਿਵਾਰ ਜਿਹੜੇ ਰਹਿੰਦੇ ਨੇ ਸੇਖੂਵਾਲ ਪਿੰਡ ਦੇ ਵਿੱਚ, ਜਿਹੜੇ 1965 ਤੋਂ ਲੈ ਕੇ ਹੁਣ ਤੱਕ ਇੱਥੇ ਵਸ ਰਹੇ ਨੇ ਔਰ ਜਿਹੜੀਆਂ ਜ਼ਮੀਨਾਂ ਦੇ ਉੱਤੇ ਉਹ ਫਸਲਾਂ ਉਗਾ ਰਹੇ ਨੇ, ਉਹਨਾਂ ਨੇ ਆਪਣੇ ਹੱਥੀਂ, ਇਹਨਾਂ ਦੇ ਬਜ਼ੁਰਗਾਂ ਨੇ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਕੇ ਜਿਹੜਾ ਹੈਗਾ ਫਸਲਾਂ ਨੂੰ ਉਪਜਾਊ ਬਣਾਇਆ। ਪਰ ਜਦੋਂ ਉਪਜਾਊ ਬਣਾਇਆ ਤਾਂ ਹੁਣ ਉਹਨਾਂ ਦੇ ਹੱਥੋਂ ਇਹ ਜ਼ਮੀਨ ਹੈ ਜਿਹੜੀ ਖੁਸਦੀ ਨਜ਼ਰ ਆ ਰਹੀ ਹੈ ਔਰ ਇੱਥੇ ਇੱਕ ਵੱਡੀ ਇੰਡਸਟਰੀ ਲੱਗਣੀ ਹੈ ਤਾਂ ਉਸ ਇੰਡਸਟਰੀ ਦਾ ਜਿਹੜਾ ਪਾਣੀ ਆ ਉਹ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਾਣਾ ਹੈ। ਇਹ ਵਾਤਾਵਰਨ ਪ੍ਰੇਮੀ ਕਹਿ ਰਹੇ ਨੇ। ਇਸ ਪੰਜਾਬ ਇੱਥੋਂ ਦੇ ਪਾਣੀਆਂ, ਇਸ ਧਰਤੀ ਦਾ ਫਿਕਰ ਰੱਖਣ ਵਾਲੇ ਲੋਕ ਕਹਿ ਰਹੇ ਨੇ। ਸੰਤ ਬਲਵੀਰ ਸਿੰਘ ਸੀਚੇਵਾਲ ਵੀ ਇਸ ਪਿੰਡ ਦੇ ਨਾਲ ਅਕਸਰ ਆ ਕੇ ਖੜਦੇ ਰਹੇ ਔਰ ਅੱਜ ਕੱਲ ਉਹ ਰਾਜ ਸਭਾ ਦੇ ਮੈਂਬਰ ਨੇ ਤਾਂ ਹੁਣ ਸਰਕਾਰ ਦੇ ਵਿੱਚ ਨੇ, ਤਾਂ ਹੁਣ ਲੋਕਾਂ ਦੀ ਜਿਹੜੀ ਸੁਣਵਾਈ, ਇਸ ਪਿੰਡ ਦੇ ਲੋਕਾਂ ਦੀ ਸੁਣਵਾਈ ਉਹ ਜਿਹੜੀ ਹੈਗੀ ਆ ਕਿਤੇ ਨਹੀਂ ਹੋ ਰਹੀ। ਔਰ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੇ ਮਸਲੇ ਨੂੰ ਲੈ ਕੇ, ਕਿਹੜੇ ਲੀਡਰਾਂ ਨੂੰ ਉਹ ਮਿਲੇ ਨੇ ਹੁਣ ਤੱਕ, ਕਿਹੜੇ ਵਿਧਾਇਕਾਂ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਦੀ ਮੁਲਾਕਾਤ ਹੋਈ ਹੈ। ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸੇਖੂਵਾਲ ਪਿੰਡ ਦੀਆਂ ਮੈਂ ਇਸ ਕਰਕੇ ਵਿਖਾ ਰਹੇ ਹਾਂ ਕਿ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਕਿ ਇਸ ਪਿੰਡ ਦੇ ਲੋਕਾਂ ਨੇ ਜ਼ਮੀਨ ਦੇ ਉੱਤੇ ਖੇਤੀ ਕਰਕੇ ਫਸਲਾਂ ਉਗਾ ਕੇ ਪਤਾ ਨਹੀਂ ਕਿੰਨੀ ਕੁ ਕਮਾਈ ਕੀਤੀ ਹੋਣੀ ਹੈ, ਜਿਸ ਕਮਾਈ ਦੇ ਨਾਲ ਇਹਨਾਂ ਨੇ ਬਹੁਤ ਵੱਡੀਆਂ ਕੋਠੀਆਂ ਪਾਈਆਂ ਹੋਣਗੀਆਂ, ਬਹੁਤ ਮਹਿੰਗੀਆਂ ਕਾਰਾਂ ਇਸ ਪਿੰਡ ਦੇ ਵਿੱਚ ਖੜੀਆਂ ਹੋਣਗੀਆਂ। ਇਸ ਤਰ੍ਹਾਂ ਦਾ ਇਸ ਪਿੰਡ ਦੇ ਵਿੱਚ ਕੁਝ ਵੀ ਨਹੀਂ ਵੇਖੋਗੇ। ਸਿਰਫ ਪਰਿਵਾਰ ਆਪਣੇ ਗੁਜ਼ਾਰੇ ਦੇ ਲਈ ਇੱਕ ਅੱਧਾ ਡੰਗਰ ਵੇਖ ਸਕਦੇ ਹੋ, ਹੋਰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿ ਪਰਿਵਾਰ ਤੁਹਾਨੂੰ ਲੱਗਣ ਕਿ ਵਾਕਈ ਹੀ ਇਹਨਾਂ ਨੇ ਇਹਨਾਂ ਜ਼ਮੀਨਾਂ ਤੋਂ ਬਹੁਤ ਜ਼ਿਆਦਾ ਫਸਲ ਲੈਤੀ। ਤੇ ਪਿੰਡ ਦੇ ਲੋਕ ਇਹ ਵੀ ਦੱਸਦੇ ਨੇ ਕਿ ਜਿੰਨੀ ਕੁ ਅਸੀਂ ਫਸਲ ਪੈਦਾ ਕਰਦੇ ਹਾਂ ਤਾਂ ਸਾਡੇ ਜਿਹੜੇ ਉਹ ਪੈਸੇ ਨੇ ਅਦਾਲਤਾਂ ਦੇ ਵਿੱਚ ਖਰਚ ਹੋ ਜਾਂਦੇ ਨੇ, ਕਿਉਂਕਿ ਕਹਿੰਦੇ ਨੇ ਅਦਾਲਤਾਂ ਦੇ ਵਿੱਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਤੇ ਇਸ ਪਿੰਡ ਦੀ ਜਿਹੜੇ ਲੋਕ ਨੇ, ਜਿਹੜੇ ਪਰਿਵਾਰ ਨੇ, ਉਹਨਾਂ ਦਾ ਗੁਜ਼ਾਰਾ ਜਿਹੜਾ ਇਸ 460 ਕਿੱਲੇ ਪੈਲੀ ਹੈ ਜੋ ਇਸ ਪਿੰਡ ਦੇ ਵਸਨੀਕ ਬਾਉਂਦੇ ਨੇ ਤੇ ਸਿਰਫ ਉਸੇ ਦੇ ਉੱਪਰ ਹੀ ਜਿਹੜਾ ਹੈਗਾ ਪਿੰਡ ਦਾ ਗੁਜ਼ਾਰਾ ਹੈ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਾਹਮਣੇ ਵਿਖਾ ਦੇਵਾਂ ਸੇਖੂਵਾਲ ਪਿੰਡ ਦੇ ਜਿਹੜੇ ਲੋਕ ਨੇ, ਜਿਹੜੇ ਲੋਕ ਇੱਥੇ ਰਹਿੰਦੇ ਨੇ, ਉਹਨਾਂ ਦੇ ਘਰਾਂ ਦੀਆਂ ਤਸਵੀਰਾਂ ਨੇ। ਇਹ ਪਰਿਵਾਰ ਅੱਜ ਡਰ ਰਹੇ ਨੇ, ਇਹਨਾਂ ਨੂੰ ਵੱਡਾ ਡਰ ਸਤਾ ਰਿਹਾ ਹੈ ਕਿ ਜਿਹੜੀ ਜ਼ਮੀਨ ਆ ਸਾਡੇ ਹੱਥੋਂ ਖੁੱਸ ਜਾਵੇਗੀ ਤੇ ਸਾਡਾ ਉਜਾੜਾ ਜਿਹੜਾ ਹੋ ਜਾਵੇਗਾ। ਤਸਵੀਰਾਂ ਅੱਗੇ ਦੀਆਂ ਵੀ ਵਿਖਾ ਦਿੰਨੇ, ਇੱਕ ਵਾਰੀ ਸਾਰਾ ਤੁਹਾਨੂੰ ਪਿੰਡ ਵਿਖਾ ਰਹੇ ਹਾਂ ਕਿਉਂਕਿ ਸਿਰਫ 250 ਹੀ ਜਿਹੜਾ ਹੈਗਾ ਘਰ ਇਸ ਪਿੰਡ ਦੇ ਵਿੱਚ ਆ। ਕਿਉਂਕਿ ਹੁਣ ਜੇ ਇੱਥੋਂ ਦੇ ਲੋਕਾਂ ਦੀ ਗੱਲ ਕਰ ਲਵਾਂ, ਉਹਨਾਂ ਨੂੰ ਵੱਡਾ ਡਰ ਹੈ ਕਿ ਜਦੋਂ ਸਾਡੀ ਜ਼ਮੀਨ ਖੁੱਸ ਜਾਵੇਗੀ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਚੱਲਣਾ, ਤਾਂ ਫਿਰ ਉਹ ਕਿਸ ਪਾਸੇ ਜਾਣਗੇ ਜਾਂ ਉਹਨਾਂ ਕੋਲੇ ਕਿਹੜੇ ਉਹ ਸਾਧਨ ਹੋਣਗੇ ਜਿਹਦੇ ਨਾਲ ਉਹ ਆਪਣੇ ਜਿਹੜੇ ਬੱਚਿਆਂ ਨੂੰ ਪੜ੍ਹਾ ਲਿਖਾ ਸਕਣਗੇ ਜਾਂ ਪਾਲ ਸਕਣਗੇ। ਇਹ ਸੇਖੂਵਾਲ ਪਿੰਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਵੀ ਸੋਚਣ ਦੇ ਲਈ ਕੁਝ ਮਜਬੂਰ ਕਰਦੀਆਂ ਹੋਣਗੀਆਂ। ਇਹ ਘਰਾਂ ਦੀ ਹਾਲਤ ਹੈ ਜਿਹੜੀ ਸੇਖੂਵਾਲ ਪਿੰਡ ਦੇ ਘਰਾਂ ਦੀ ਹਾਲਤ ਹੈ, ਕਿਉਂਕਿ ਜੇ ਅੱਜ ਦੇ ਸਮੇਂ ਦੀ ਗੱਲ ਕਰ ਲਵਾਂ ਤਾਂ ਅਕਸਰ ਹੀ ਹੁੰਦਾ ਹੈ ਕਿ ਲੋਕ ਸੋਹਣੇ ਮਕਾਨਾਂ ਦੇ ਵਿੱਚ ਰਹਿੰਦੇ ਨੇ, ਪਰ ਇਹਨਾਂ ਲੋਕਾਂ ਦੇ ਹਿੱਸੇ ਇਹ ਚੀਜ਼ਾਂ ਨਹੀਂ ਆਈਆਂ, ਜਾਂ ਸੋਹਣੇ ਮਕਾਨ ਨਹੀਂ ਆਏ, ਸੋਹਣੀਆਂ ਗੱਡੀਆਂ ਵੀ ਨਹੀਂ ਆਈਆਂ। ਇਹਨਾਂ ਦੇ ਹਿੱਸੇ ਜੇ ਆਇਆ ਤੇ ਇਸ ਪਿੰਡ ਦੇ ਹਿੱਸੇ ਉਜਾੜਾ ਆਉਂਦਾ ਹੈ। ਇੱਥੋਂ ਦੇ ਜਿਹੜੇ ਬਜ਼ੁਰਗ ਨੇ ਉਹ ਪਹਿਲਾਂ ਪਾਕਿਸਤਾਨ ਤੋਂ ਉੱਜੜ ਕੇ ਅੰਮ੍ਰਿਤਸਰ ਦੇ ਵਿੱਚ ਆ ਕੇ ਵਸਦੇ ਨੇ, ਉਸ ਤੋਂ ਬਾਅਦ ਉੱਥੋਂ ਵੀ ਉੱਜੜਦੇ ਨੇ ਤੇ ਫਿਰ ਇਸ ਸੇਖੂਵਾਲ ਪਿੰਡ ਦੇ ਵਿੱਚ ਆ ਕੇ ਵਸਦੇ ਨੇ। ਤੇ ਹੁਣ ਇਸ ਆਜ਼ਾਦ ਭਾਰਤ ਦੀ ਮੌਜੂਦਾ ਜਿਹੜੀ ਸਰਕਾਰ ਹੈਗੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈਗੀ ਆ, ਹੁਣ ਇਹਨਾਂ ਨੂੰ ਫਿਰ ਤੋਂ ਉਜਾੜ ਰਹੀ ਹੈ। ਇਹ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਉਜਾੜੇ ਵੇਖ ਰਹੇ ਹਾਂ, ਭਾਵੇਂ ਕਿ ਬੂਟਾ ਜਿਹੜਾ ਇੰਡਸਟਰੀਅਲ ਪਾਰਕ ਦਾ ਜਿਹੜਾ ਲਾਇਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਾਉਂਦੀ ਹੈ, ਤਾਂ ਲੇਕਿਨ ਜਿਹੜਾ ਹੈਗਾ ਹੁਣ ਜਿਹੜਾ ਇਸ ਨੂੰ ਪਾਣੀ ਪਾਉਣ ਦਾ ਕੰਮ ਜਿਹੜਾ ਹੈਗਾ ਉਹ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਸੇਖੂਵਾਲ ਪਿੰਡ ਦੀਆਂ ਜਿਹੜੀਆਂ ਮੈਂ ਸਾਰੀਆਂ ਵਿਖਾਨਾ, ਕਿਸ ਤਰ੍ਹਾਂ ਦੀ ਹਾਲਤ ਹੈ ਇੱਥੋਂ ਦੇ ਘਰਾਂ ਦੀ, ਕਿਸ ਤਰ੍ਹਾਂ ਜਿਹੜੇ ਲੋਕ ਨੇ ਆਪਣਾ ਜੀਵਨ ਗੁਜ਼ਾਰ ਰਹੇ ਨੇ, ਕਿਸ ਤਰ੍ਹਾਂ ਉਹ ਆਪਣਾ ਜਿਹੜਾ ਟਾਈਮ ਪਾਸ ਕਰ ਰਹੇ ਨੇ, ਕਿੰਨੀ ਕੁ ਅਮੀਰੀ ਹੈ, ਕਿੰਨੀ ਕੁ ਪੈਸਾ ਜਿਹੜਾ ਇਹਨਾਂ ਲੋਕਾਂ ਕੋਲ ਹੋਵੇਗਾ, ਇਹ ਤੁਸੀਂ ਅੰਦਾਜ਼ਾ ਘਰਾਂ ਤੋਂ ਲਾ ਲਿਆ ਹੋਵੇਗਾ। ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਲੋਕਾਂ ਦੇ ਨਾਲ ਜਿਹੜੇ ਲਗਾਤਾਰ
ਆਪਣੀ ਹੋਂਦ ਨੂੰ ਬਚਾਉਣ ਦੇ ਲਈ, ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਲੜ ਰਹੇ ਨੇ। ਤੇ ਆਓ ਮੇਰੇ ਨਾਲ। ਸਤਿ ਸ਼੍ਰੀ ਅਕਾਲ, ਤੁਸੀਂ ਇੰਡੋ ਕੈਨੇਡਾ ਟੀਵੀ ਦੇ ਨਾਲ ਜੁੜੇ ਹੋ। ਮੈਂ ਮਨਪ੍ਰੀਤ ਰਾਮਨਵਾਸ। ਪਿਛਲੇ ਸਮੇਂ ਤੋਂ ਇੱਕ ਮੁੱਦਾ ਜਿਹੜਾ ਮੱਤੇਵਾੜੇ ਜੰਗਲ ਨੂੰ ਲੈ ਕੇ ਲਗਾਤਾਰ ਚੱਲਦਾ ਆ ਰਿਹਾ ਹੈ ਤੇ ਉਸ ਜੰਗਲ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਲੋਕ ਨੇ, ਸਮਾਜ ਸੇਵੀ ਲੋਕ ਨੇ ਜਾਂ ਜਿਹੜੇ ਵਾਤਾਵਰਣ ਪ੍ਰੇਮੀ ਨੇ, ਉਸ ਨੂੰ ਬਚਾਉਣ ਦੇ ਲਈ ਲੰਬੇ ਸਮੇਂ ਤੋਂ ਜਦੋਜਹਿਦ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਆ ਤਾਂ ਇੰਡਸਟਰੀਅਲ ਪਾਰਕ ਬਣਾਉਣ ਦੀ ਤਜਵੀਜ਼ ਰੱਖੀ ਜਾਂਦੀ ਹੈ। ਇਹ ਤਜਵੀਜ਼ ਦੇ ਅੰਦਰ ਪਿੰਡ ਸੇਖੋਵਾਲ ਦੀ ਜ਼ਮੀਨ ਹੈ ਜਿਹੜੀ ਉਹ ਆਉਂਦੀ ਹੈ ਔਰ ਮੱਤੇਵਾੜੇ ਜੰਗਲ ਨੂੰ ਉਜਾੜਿਆ ਜਾਣਾ ਹੁੰਦਾ ਹੈ। ਤਾਂ ਹੁਣ ਜਦੋਂ ਮਾਨ ਸਰਕਾਰ ਆ ਤਾਂ ਇਹ ਮਤਾ ਜਿਹੜਾ ਹੈਗਾ ਪਾਸ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਅੰਦਰ ਔਰ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਿਆਂ ਨੇ ਕਿਹਾ ਹੈ ਕਿ ਇਸ ਤਜਵੀਜ਼ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਗਲਤ ਨਹੀਂ ਹੋਵੇਗਾ, ਨਾ ਵਾਤਾਵਰਨ ਨੂੰ ਖਰਾਬ ਕੀਤਾ ਜਾਵੇਗਾ, ਨਾ ਪਾਣੀਆਂ ਨੂੰ ਖਰਾਬ ਕੀਤਾ ਜਾਵੇਗਾ। ਪਰ ਇੱਕ ਅਜਿਹੀ ਦਾਸਤਾਨ ਜਿਸ ਪਿੰਡ ਦੀ ਹੈ ਤੁਹਾਨੂੰ ਸੁਣਾਉਣ ਲੱਗਿਆ ਤੇ तमाम ਜਿਹੜੇ ਸਾਡੇ ਨਾਲ ਲੋਕ ਨੇ ਇਸ ਪਿੰਡ ਦੇ ਬੈਠੇ ਨੇ। ਸੇਖੋਵਾਲ ਪਿੰਡ ਦੀ ਕਹਾਣੀ ਹੈ ਜਿਹੜੀ ਉਹ ਇੱਕ ਵੱਖਰੀ ਕਹਾਣੀ ਹੈ। ਜਦੋਂ ਇੰਡਸਟਰੀਅਲ ਪਾਰਕ ਦੀ ਗੱਲ ਹੁੰਦੀ ਆ ਤਾਂ ਇਹਨਾਂ ਦੇ ਅੱਗੇ ਹਨੇਰੇ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਦਿਖਦਾ। ਸੇਖੋਵਾਲ ਪਿੰਡ ਦੀ ਜੇ ਗੱਲ ਕਰ ਲਈਏ ਤਾਂ 250 ਆਬਾਦੀ ਇਸ ਪਿੰਡ ਦੀ ਹੈਗੀ ਆ। ਤਾਂ ਇਸ ਪਿੰਡ ਦੀ ਜਿਹੜੀ ਨਿਰਭਰਤਾ ਹੈਗੀ ਆ, ਕਮਾਈ ਦਾ ਸਾਧਨ ਇਹ ਜ਼ਮੀਨ ਸੀ। ਇਹ ਜ਼ਮੀਨ ਜਿਹੜੀ ਇਹਨਾਂ ਦੇ ਹੱਥੋਂ ਖੁਸਣੀ ਹੈ ਔਰ ਜਿਸ ਘਰ ਦੇ ਵਿੱਚ ਬੈਠੇ ਹੋਏ ਆ ਇਸ ਘਰ ਦੇ ਉੱਤੇ ਵੀ ਜਿਹੜਾ ਹੈਗਾ ਇੰਡਸਟਰੀਅਲ ਪਾਰਕ ਬਣਨਾ ਹੈ, ਜਾਨੀ ਕਿ ਵੱਡੇ ਪੱਧਰ ਤੇ ਉਜਾੜਾ ਹੋਣਾ ਹੈ। ਜਿੱਥੇ ਪਰਿਵਾਰਾਂ ਦਾ ਉਜਾੜਾ ਹੋਣਾ ਹੈ ਉੱਥੇ ਜੰਗਲ ਦਾ ਉਜਾੜਾ ਹੋਣਾ ਹੈ। ਜੰਗਲ ਦਾ ਉਜਾੜਾ ਹੋਣਾ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਜਿਹੜੇ ਜੀਵ ਜੰਤੂ ਨੇ ਉਹਨਾਂ ਦਾ ਵੀ ਉਜਾੜਾ ਹੋਣਾ ਹੈ। ਬਿਲਕੁਲ ਜਿਹੜਾ ਹੈਗਾ ਇਸ ਪਿੰਡ ਦੇ ਨਾਲ ਹੀ ਸਤਲੁਜ ਜਿਹੜਾ ਦਰਿਆ ਗਾ ਉਹ ਵੀ ਵਗਦਾ ਹੈ। ਤਾਂ ਵਾਤਾਵਰਨ ਪ੍ਰੇਮੀ ਨੇ ਜਿਹੜੇ ਜਾਂ ਸਮਾਜ ਦੇ ਲਈ ਕੁਝ ਚਿੰਤਾ ਰੱਖਦੇ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਇੰਡਸਟਰੀਅਲ ਪਾਰਕ ਜਿਹੜਾ ਲੱਗਣਾ ਹੈ ਤਾਂ ਜਦੋਂ ਇਹ ਲੱਗੇਗਾ ਤਾਂ ਉਸ ਤੋਂ ਬਾਅਦ ਜਿੰਨਾ ਵੀ ਉਸ ਦਾ ਗੰਦ ਹੋਵੇਗਾ ਜਾਂ ਜਿਹੜਾ ਵੇਸਟ ਪਾਣੀ ਹੋਵੇਗਾ ਤਾਂ ਉਹ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਾਵੇਗਾ। ਸਤਲੁਜ ਦਰਿਆ ਦੀ ਜੇ ਮੈਂ ਗੱਲ ਕਰ ਲਵਾਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਪਲੀਤ ਹੋ ਚੁੱਕਿਆ ਹੈ ਤਾਂ ਉਸ ਨੂੰ ਬਚਾਉਣ ਦੇ ਲਈ ਵੀ ਲੋਕ ਜਿਹੜੇ ਲਗਾਤਾਰ ਸਰਗਰਮ ਨੇ। ਕਹਿੰਦੇ ਨੇ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ, ਸਿਆਸਤ ਦੇ ਵਿੱਚ ਬਦਲਦਾ ਰਹਿੰਦਾ ਹੈ। ਸਰਬਜੀਤ ਕੌਰ ਮਾਣੂਕੇ ਇਸ ਪਿੰਡ ਦੇ ਵਿੱਚ ਆਉਂਦੇ ਨੇ, ਇਹਨਾਂ तमाम ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹ ਕਹਿੰਦੇ ਨੇ ਚੋਣਾਂ ਤੋਂ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ, ਸੱਤਾ ਦੇ ਵਿੱਚ ਨਹੀਂ ਸੀ, ਕਿ ਜੋ ਵੀ ਮੈਨੂੰ ਕਰਨਾ ਪਿਆ, ਕੋਰਟ ਤੱਕ ਜਾਣਾ ਪਿਆ, ਮੈਂ ਜਾਊਂਗੀ, ਹਰ ਸਮੇਂ ਤੁਹਾਡੇ ਨਾਲ ਹੋਵਾਂਗੀ। ਕੁਲਤਾਰ ਸਿੰਘ ਸੰਧਮਾ ਜਿਹੜੇ ਅੱਜ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਵੀ ਬੜੀ ਚਿੰਤਾ ਸੀ ਇਸ ਪਿੰਡ ਉਜੜਨ ਦੀ, ਮੱਤੇਵਾੜਾ ਜੰਗਲ ਉਜੜਨ ਦੀ। ਤੇ ਜੇ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਿਆਂ ਦੀ ਕਰ ਲਵਾਂ, ਉਹ ਵੀ ਕਹਿੰਦੇ ਸੀ ਕਿ ਜਿਹੜੇ ਵੱਡੇ ਲੀਡਰ ਨੇ ਇਹਨਾਂ ਲੋਕਾਂ ਨੂੰ ਉਜਾੜਨਾ ਚਾਹੁੰਦੇ ਨੇ, ਮੱਤੇਵਾੜਾ ਜੰਗਲ ਨੂੰ ਉਜਾੜਨਾ ਚਾਹੁੰਦੇ ਨੇ, ਉਹ ਵੱਡੇ ਫਾਰਮ ਹਾਊਸਾਂ ਦੇ ਵਿੱਚ ਬੈਠੇ ਹੋਏ ਨੇ। ਪਰ ਹੁਣ ਵਿਧਾਨ ਸਭਾ ਦੇ ਅੰਦਰ ਜਦੋਂ ਮਤਾ ਜਿਹੜਾ ਪੜਿਆ ਗਿਆ, ਜਦੋਂ ਮਤਾ ਪੇਸ਼ ਕੀਤਾ ਗਿਆ, ਮਤਾ ਪਾਸ ਕਰ ਦਿੱਤਾ ਗਿਆ, ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਹੱਥਾਂ ਦੇ ਨਾਲ ਮਤਾ ਪਾਸ ਕਰਦੇ ਨੇ। ਸਰਕਾਰਾਂ ਜਿਹੜੀਆਂ ਹੈਗੀਆਂ ਨੇ ਜਦੋਂ ਸੱਤਾ ਦੇ ਵਿੱਚ ਕੋਈ ਵੀ ਆਉਂਦੇ ਨੇ ਤਾਂ ਸ਼ਾਇਦ ਬਹੁਤ ਸਾਰਾ ਕੁਝ ਬਦਲ ਜਾਂਦਾ। ਪੂਰੀ ਗੱਲਬਾਤ ਨੂੰ ਲੈ ਕੇ ਸਾਡੇ ਨਾਲ ਜਿਹੜਾ ਹੈਗਾ ਸੇਖੇਵਾਲਾ ਪਿੰਡ ਦੇ ਜਿਹੜੇ ਸੇਖੋਵਾਲ ਹੈ ਨਾ ਸੇਖੋਵਾਲ ਪਿੰਡ ਦੇ ਜਿਹੜੇ ਲੋਕ ਨੇ ਗੱਲਬਾਤ ਕਰਾਂਗੇ। ਸਾਡੇ ਨਾਲ ਕਸ਼ਮੀਰ ਸਿੰਘ ਹੋਣੀ ਬੈਠੇ ਨੇ, तमाम ਉਹ ਲੋਕ ਨੇ, ਗੱਲਬਾਤ ਕਰਾਂਗੇ ਕੀ ਪੂਰਾ ਮਾਮਲਾ ਹੈਗਾ, ਕਦੋਂ ਕਦੇ ਲੋਕ ਜਿਹੜੇ ਇੱਥੇ ਆ ਕੇ ਵਸੇ ਹੋਏ ਨੇ, ਪੂਰੀ ਗੱਲਬਾਤ ਨੂੰ ਲੈ ਕੇ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ੍ਰੀ ਅਕਾਲ ਜੀ। ਤਾਂ ਜਦੋਂ ਤੁਹਾਡੇ ਪਿੰਡ ਦਾ ਮਸਲਾ ਆਉਂਦਾ ਹੈ, ਮੱਤੇਵਾੜਾ ਜੰਗਲ ਦੀ ਗੱਲ ਆਉਂਦੀ ਹੈ ਤਾਂ ਉਜੜਨ ਦੀ ਗੱਲ ਆਉਂਦੀ ਹੈ। ਮੱਤੇਵਾੜਾ ਜੰਗਲ ਵੀ ਉਜੜੇਗਾ ਤੇ ਤੁਹਾਡਾ ਪਿੰਡ ਵੀ ਉਜੜੇਗਾ। ਤਾਂ ਵੋਟਾਂ ਤੋਂ ਪਹਿਲਾਂ ਸਰਬਜੀਤ ਸਿੰਘ ਮਾਣੂਕੇ ਵੀ ਆਉਂਦੇ ਨੇ, ਸਾਰੇ ਆਉਂਦੇ ਨੇ, ਉਹ ਵੀ ਗੱਲਬਾਤ ਕਰਾਂਗੇ। ਪੂਰੇ ਮਸਲੇ ਤੇ ਜੇ ਗੱਲ ਕਰ ਲਈਏ, ਪੂਰੇ ਮਸਲੇ ਤੇ ਜੇ ਗੱਲਬਾਤ ਕਰੀਏ, ਕਦੋਂ ਵਸਦੇ ਹੋ ਇਸ ਪਿੰਡ ਦੇ ਵਿੱਚ ਆ ਕੇ, ਕਿਸ ਤਰ੍ਹਾਂ ਇਹ ਜ਼ਮੀਨਾਂ ਜਿਹੜੀਆਂ ਤੁਹਾਡੇ ਵੱਲੋਂ ਵਾਅਦ ਕੀਤੀਆਂ ਜਾਂਦੀਆਂ? ਅਸੀਂ ਜੀ 1965 ਦੇ ਵਿੱਚ ਆਏ ਸੀ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਐਲਾਨ ਕੀਤਾ ਸੀ ਵੀ ਆਪਾਂ ਬਾਹਰਲੀਆਂ ਦੇਸ਼ਾਂ ਦੇ ਉੱਤੋਂ ਅਮਰੀਕਾ ਤੋਂ ਆਪਾਂ ਕਣਕ ਮੰਗਾ ਕੇ ਤੇ ਫਿਰ ਆਪਾਂ ਮਤਲਬ ਆਪਣਾ ਢਿੱਡ ਭਰਦੇ ਹਾਂ। ਤੇ ਆਪਾਂ ਕੋਲ ਇੰਨੀ ਜ਼ਮੀਨ ਪਈ ਆ ਵੀ ਆਪਣੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਲੋਕ, ਪੰਜਾਬੀ ਕਿਤੇ ਇੰਨੇ ਤੇ ਨਹੀਂ ਗਏ ਗੁਜਰੇ, ਇੰਨੀਆਂ ਆਪਣੇ ਕੋਲ ਜ਼ਮੀਨਾਂ ਪਈਆਂ ਤੇ ਆਪਾਂ ਆਪ ਜ਼ਮੀਨ ਵਿੱਚੋਂ ਆਪਾਂ ਅਨਾਜ ਪੈਦਾ ਕਰ ਸਕਦੇ ਹਾਂ। ਫਿਰ ਉਦੋਂ ਇਹਨਾਂ ਨੇ ਐਲਾਨ ਕੀਤਾ ਸੀ ਵੀ ਜਿੱਥੇ ਵੀ ਕਿਸੇ ਨੂੰ ਜ਼ਮੀਨ ਕੋਈ ਮਿਲਦੀ ਆ ਤੇ ਉਹ ਜਾ ਕੇ ਆਬਾਦ ਕਰੇ, ਨਾਲੇ ਆਪ ਖਾਵੇ ਤੇ ਨਾਲੇ ਖਵਾਵੇ। ਉਸ ਤੋਂ ਬਾਅਦ ਜ਼ਮੀਨਾਂ ਤੁਹਾਨੂੰ ਲਾਟ ਕੀਤੀਆਂ ਜਾਣਗੀਆਂ। ਅਸੀਂ 1965 ਵਿੱਚ ਆ ਕੇ ਅਸੀਂ ਜ਼ਮੀਨ ਇਹ ਆਬਾਦ ਕੀਤੀ ਜੀ। ਆਬਾਦ ਕਰਨ ਤੋਂ ਬਾਅਦ ਫਿਰ ਅਸੀਂ ਕੋਈ 5 ਸਾਲ ਜ਼ਮੀਨ ਵਾਹੀ, ਇਹ 6 ਸਾਲ। ਤੇ ਉਸ ਤੋਂ ਬਾਅਦ 70 ਦੇ ਵਿੱਚ ਇੱਥੇ ਇੱਕ ਆਲੂ ਬੀਜ ਫਾਰਮ ਆ ਗਿਆ ਸੀ ਜੀ। ਆਲੂ ਬੀਜ ਫਾਰਮ ਨੇ ਕਹਿਣ ਲੱਗੇ, ਇੱਕ ਆਲੂ ਬੀਜ ਜਿਹੜਾ ਫਾਰਮ ਆਇਆ ਸੀ ਉਹ ਇਹ ਨਾਲ ਦੇ ਪਿੰਡ ਹੈਦਰਾ ਨਗਰ ਦੇ ਵਿੱਚ ਆਇਆ ਸੀ ਤੇ ਸਾਡੇ ਪਿੰਡ ਸੇਖੋਵਾਲ ਨੇ ਜ਼ਮੀਨ ਆਬਾਦ ਕੀਤੀ ਸੀ ਜਿਹੜੀ। ਇਹ ਕਹਿਣ ਲੱਗੇ ਵੀ ਇਹੋ ਜ਼ਮੀਨ ਆ ਜੀ, ਇਹੋ ਜ਼ਮੀਨ ਆ ਕਿ ਉਹਨਾਂ ਨਾਲ ਉਦੋਂ ਵੀ ਜਿਵੇਂ ਹੁਣ ਸਾਡੇ ਨਾਲ ਧੱਕਾ ਹੋ ਰਿਹਾ ਤੇ ਧੋਖਾ ਹੋ ਰਿਹਾ, ਇਸੇ ਤਰ੍ਹਾਂ ਹੀ ਉਦੋਂ ਵੀ ਸਾਡੇ ਨਾਲ ਧੱਕਾ ਤੇ ਧੋਖਾ ਹੋਇਆ। ਉਦੋਂ ਸਾਨੂੰ ਇੱਕ ਸਾਈਡ 'ਤੇ ਕੀਤਾ
ਗਿਆ, ਮਤਲਬ ਕਰ ਦਿੱਤਾ ਗਿਆ, ਨਹੀਂ ਜੀ ਇਹ ਜ਼ਮੀਨ ਸਾਡੀ ਆ ਜੀ, ਸਾਡੀ ਆ ਜ਼ਮੀਨ, ਸਾਡੇ ਕੋਲ ਕਾਗਜ਼ ਆ। ਪਿੰਡ ਹੈਦਰਨਗਰ ਦੀ ਜ਼ਮੀਨ ਦੇ ਵਿੱਚ ਉਹ ਟਰਾਂਸਫਰ ਹੋ ਕੇ ਆਇਆ ਤੇ ਸੇਖੋਵਾਲ ਦੀ ਜ਼ਮੀਨ ਦੱਬ ਕੇ ਬੈਠ ਗਏ। ਸੇਖੋਵਾਲ ਦੀ ਜ਼ਮੀਨ ਉਹ ਘੱਟੋ ਘੱਟ ਉਹਨਾਂ ਨੇ 22 ਸਾਲ ਵਾਹੀ ਆ ਜ਼ਮੀਨ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਤੇ ਫਾਰਮ, ਸਾਡੀ ਜ਼ਮੀਨ ਉਧਰ ਆ, ਉਹ ਹੌਲੀ ਹੌਲੀ ਆਪਣੀ ਉਧਰ ਤੇ ਜ਼ਮੀਨ ਉਹ ਹੈਦਰਨਗਰ ਵਾਲੀ ਵੀ ਵਿਵਾਦ ਕਰਨ ਲੱਗ ਗਏ। ਸੇਖੋਵਾਲ ਦੀ ਉਹਨਾਂ ਨੇ ਛੱਡੀ ਨਹੀਂ। ਇਹ ਫਿਰ 1986 ਦੇ ਵਿੱਚ ਜਾ ਕੇ ਸਾਡੀ ਇਹ ਪੰਚਾਇਤ ਦੇ ਨਾਂ ਇੰਤਕਾਲ ਜ਼ਮੀਨ ਚੜੀ ਕਿਸੇ ਵੀ ਹਿਸਾਬ ਦੇ ਵਿੱਚ ਆ ਗਏ। ਜਿਵੇਂ ਕਹਿੰਦੇ ਜੁਮਲਾ ਪੰਚਾਇਤਾਂ ਦੀਆਂ ਜਦੋਂ ਬਣੀਆਂ ਸੀ ਜ਼ਮੀਨਾਂ, ਪਹਿਲਾਂ ਇਹ ਕਟੌਤੀਆਂ ਦੀ ਜ਼ਮੀਨ ਨਹੀਂ ਸੀ ਪੰਚਾਇਤ ਦੀ। ਇਹ ਜਦੋਂ 1986 ਦੇ ਵਿੱਚ ਸਾਡੇ ਪੰਚਾਇਤ ਦੇ ਨਾਂ ਚੜੀ ਤੇ ਅਸੀਂ 88 ਵਿੱਚ ਫਿਰ ਕੇਸ ਕੀਤਾ ਵੀ ਸਾਡੀ ਸੇਖੋਵਾਲ ਦੀ ਜ਼ਮੀਨ ਛੱਡੀ ਜਾਵੇ। 88 ਦੇ ਵਿੱਚ ਫਿਰ ਸਨ 92 ਦੇ ਵਿੱਚ ਅਸੀਂ DDPO ਸਾਹਿਬ ਤੋਂ ਅਸੀਂ ਕੇਸ ਜਿੱਤੇ ਤੇ ਫਿਰ ਅਸੀਂ 92 ਦੇ ਵਿੱਚ ਇਹਦੇ ਉੱਤੇ ਥੋੜੀ ਜਿਹੀ ਕੀਤਾ ਦਖਲ ਪਵਾਇਆ ਸੀ ਤੇ ਫਿਰ ਜਿਵੇਂ ਸਰਕਾਰਾਂ ਮਾੜੇ ਬੰਦੇ ਨੂੰ ਦੱਬ ਲੈਂਦੀਆਂ, ਕਿਉਂ ਇਸ ਤੋਂ ਪਹਿਲਾਂ ਕਮਜ਼ੋਰ ਸੀ ਜਾਂ ਤੇ ਸਾਡਾ ਕੋਈ ਇੱਥੇ ਪਿੰਡ ਦਾ ਦਿਹਾੜੀ ਦਾ ਪਾ ਕਰਕੇ ਅਸੀਂ ਜ਼ਮੀਨ ਦਾ ਕੇਸ ਕੂਸ ਵੀ ਲਾਇਆ ਤੇ ਹੋਰ ਤਾਂ ਕੋਈ ਸਾਡਾ ਸਾਧਨ ਨਹੀਂ ਸੀ ਜੀ। ਤੇ ਅਸੀਂ ਇਸੇ ਜ਼ਮੀਨ ਨੂੰ ਹੀ ਅਸੀਂ ਆਪਣਾ ਆਧਾਰ ਮੰਨ ਕੇ ਵੀ ਸਾਡੀ ਅੱਗੇ ਦੀ ਨਾਲੇ ਨਸਲਾਂ ਸਾਡੀਆਂ ਜ਼ਮੀਨ ਦਾ ਵੀ ਚਲੋ ਪੰਚਾਇਤ ਦੀ ਬਣਾ ਲਾਂਗੇ, ਪੰਚਾਇਤ ਦੀ ਬਣਾ ਕੇ ਤੇ ਚਲੋ ਅਸੀਂ ਚੁਕੋਤੇ ਤੇ ਵਾਹੀ ਜਾਵਾਂਗੇ। ਇਹ ਇੰਨਾ ਲੰਮਾ ਪ੍ਰੋਸੈਸ ਹੋਇਆ ਜੀ। 92 ਤੋਂ ਬਾਅਦ ਫਿਰ ਡਾਇਰੈਕਟਰ ਦੇ ਕੇਸ ਚਲੇ ਗਿਆ, ਫਿਰ ਡਾਇਰੈਕਟਰ ਤੋਂ ਹਾਈ ਕੋਰਟ ਵਿੱਚ ਚਲੇ ਗਿਆ, ਹਾਈ ਕੋਰਟ ਦੇ ਵਿੱਚ ਵੀ ਸਾਡੇ ਹੱਕ 'ਚ ਹੋਇਆ, ਡਾਇਰੈਕਟਰ ਦੇ ਵੀ DDPO ਦੇ ਵੀ, ਫਿਰ ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਚਲੇ ਗਿਆ, ਸੁਪਰੀਮ ਕੋਰਟ ਵੀ ਸਾਡੀ ਪੰਚਾਇਤ ਦੇ ਹੱਕ ਦੇ ਵਿੱਚ ਹੋਇਆ ਕੇਸ। ਤੇ ਇਹ ਮੁੜ ਕੇ ਆਖਰ ਨੂੰ ਜੀ ਫਿਰ ਜਦੋਂ ਸਾਨੂੰ ਫਿਰ ਨਹੀਂ ਇਸ ਜ਼ਮੀਨ ਦਾ ਕਬਜ਼ਾ ਦਿੱਤਾ, ਜਦੋਂ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ, ਫਿਰ ADC ਦੇ ਲਾ ਦਿੱਤਾ ਇਹਨਾਂ ਨੇ। ਕਿ ਇਹਨਾਂ ਦੇ ਇੱਕ ਤਾਂ ਸਰਕਾਰੀ ਅਦਾਰਾ ਸੀਗਾ ਇਹ, ਤੇ ਇਹ ਪੜ੍ਹੇ ਲਿਖੇ ਬੰਦੇ ਹੁੰਦੇ ਆ। ਸਾਡਾ ਤਾਂ ਪਿੰਡ ਸ਼ੁਰੂ ਤੋਂ ਹੀ ਅਨਪੜ੍ਹ ਸੀ, ਜਦੋਂ ਗਰੀਬ ਬੰਦਾ ਪੜ੍ਹਨਾ ਵੀ ਬੜਾ ਕਿੱਥੇ ਜਾਂਦਾ ਇਹਨਾਂ ਕੋਲੋਂ। ਤੇ ਇਹਨਾਂ ਨੇ ਜੀ ਫਿਰ ADC ਦੇ ਕੇਸ ਲਾਤਾ, ADC ਨੇ ਵੀ ਸਾਡੇ ਹੱਕ 'ਚ ਕੀਤਾ ਸਾਡੀ ਪੰਚਾਇਤ ਦੇ। ਫਿਰ ADC ਤੋਂ ਡਾਇਰੈਕਟਰ ਤੋਂ ਬਾਅਦ ਫਿਰ 2014 ਦੇ ਵਿੱਚ ਸਾਨੂੰ ਜ਼ਮੀਨ ਹਾਈ ਕੋਰਟ ਨੇ ਫਿਰ ਦਿੱਤੀ, ਜ਼ਮੀਨ ਸਾਡੇ ਹੱਕ 'ਚ ਕੀਤਾ। ਤੇ ਉਦੋਂ ਥੋੜ੍ਹੇ ਜਿਹੇ ਚਲੋ ਅਸੀਂ ਵੀ ਜਦ ਸਾਡੇ ਮਤਲਬ ਅਸੀਂ ਥੋੜ੍ਹੇ ਜਿਹੇ ਕਾਇਮ ਹੋ ਗਏ, ਲੋਕਾਂ ਨਾਲ ਇੱਥੇ ਨੇੜੇ ਤੇੜੇ ਕਿਤੇ ਜਿਵੇਂ ਅਫਸਰਾਂ ਨਾਲ ਕੋਈ ਸਾਡੇ ਥੋੜ੍ਹੀ ਬੜੀ ਸਾਂਝ ਹੋ ਗਈ, ਥੋੜ੍ਹੀ ਜਿਹੀ ਸਮਝ ਆਉਣੀ ਸ਼ੁਰੂ ਹੋ ਗਈ ਜੀ। ਫਿਰ ਅਸੀਂ 2014 ਦੇ ਵਿੱਚ ਅਸੀਂ ਜ਼ਮੀਨ ਇਹ ਵਾਹੁਣੀ ਕੀਤੀ, ਚਾਲੂ ਕੀਤੀ ਅਸੀਂ ਫਿਰ ਦੁਬਾਰੇ 2014 ਤੋਂ ਲੱਗ ਕੇ ਅਸੀਂ 2020 ਤੱਕ ਵਾਹੀ। ਉਸ ਤੋਂ ਬਾਅਦ ਕਹਿੰਦੇ ਜੀ ਇੱਥੇ ਇੰਡਸਟਰੀਅਲ ਪਾਰਕ ਆਉਣਾ। ਉਦੋਂ ਕਾਂਗਰਸ ਦੀ ਤੇ ਕੈਪਟਨ ਦੀ ਸਰਕਾਰ ਸੀ, ਇਹਨਾਂ ਨੇ ਕਹਿਤਾ ਜੀ ਇੰਡਸਟਰੀਅਲ ਪਾਰਕ ਬਣਾਉਣਾ। ਚਲੋ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇੰਡਸਟਰੀਅਲ ਪਾਰਕ ਇੱਥੇ ਤੁਹਾਨੂੰ ਵੀ ਇੱਥੇ ਕੋਈ ਵੀ ਅਸੀਂ ਨਹੀਂ, ਤੇ ਬੜੀ ਜਿੱਦਾਂ ਨਾਲ ਤੇ ਬਹੁਤ ਮਿਹਨਤਾਂ ਕਰਕੇ 30-35 ਸਾਲ ਅਸੀਂ ਕੇਸ ਲੜੇ ਕੋਰਟਾਂ ਦੇ ਵਿੱਚ। ਪਹਿਲੋਂ ਆਵਾਜ਼ ਕੀਤੀ, ਪਹਿਲੋਂ ਅਸੀਂ ਪਾਕਿਸਤਾਨ 'ਚ ਉੱਜੜ ਕੇ ਆਏ, ਫਿਰ ਅਸੀਂ ਅੰਮ੍ਰਿਤਸਰ ਤੋਂ ਇੱਥੇ ਆਏ, ਅੰਮ੍ਰਿਤਸਰ ਤੋਂ ਹੁਣ ਤੁਸੀਂ ਇੱਥੇ ਇੰਡਸਟਰੀਅਲ ਪਾਰਕ ਬਣਾ ਲਓਗੇ ਤੇ ਫਿਰ ਅਸੀਂ ਫਿਰ ਕਿੱਥੇ ਜਾਵਾਂਗੇ ਜੀ। ਚਲੋ ਕਿਸੇ ਨੇ ਕੋਈ ਐਡੀ ਸਾਡੀ ਸਰਕਾਰ ਨੇ ਨਹੀਂ ਸੁਣੀ, ਪਰ ਐਪੋਜੀਸ਼ਨ ਨੇ ਸਾਡੀ ਜ਼ਰੂਰ ਸੁਣੀ ਸੀ। ਐਪੋਜੀਸ਼ਨ ਉਦੋਂ ਆਮ ਆਦਮੀ ਪਾਰਟੀ ਦੀ। ਤੁਸੀਂ ਇੱਕ ਗੱਲ ਕੀਤੀ ਹੈ ਕਿ ਜਿਹੜਾ 2014 ਦੇ ਵਿੱਚ ਜ਼ਮੀਨ ਜਿਹੜੀ ਆ ਤੁਸੀਂ ਵਾਹੁਣੀ ਸ਼ੁਰੂ ਕੀਤੀ, ਉਸ ਤੋਂ ਪਹਿਲਾਂ ਜ਼ਮੀਨ ਦਾ ਕਿਸ ਤਰ੍ਹਾਂ ਹੁੰਦਾ ਸੀ ਕਿ ਜ਼ਮੀਨ ਨੂੰ ਵਾਹਿਆ ਨਹੀਂ ਜਾਂਦਾ ਸੀ, ਇਸ ਤਰ੍ਹਾਂ ਹੀ ਵਿਹਲੀ ਪਈ ਸੀ? ਹਾਂਜੀ, ਉਦੋਂ 92 ਤੋਂ ਬਾਅਦ ਫਿਰ ਵਿਹਲੀ ਹੋ ਗਈ ਸੀ, ਜਦੋਂ DDPO ਨੇ ਸਾਡੇ ਹੱਕ 'ਚ, ਹਾਂਜੀ DDPO ਨੇ ਜਦੋਂ ਸਾਡੇ ਹੱਕ 'ਚ ਕਰਤੀ, ਉਸ ਤੋਂ ਬਾਅਦ ਜ਼ਮੀਨ ਵਿਹਲੀ ਹੋ ਗਈ, ਜ਼ਮੀਨ ਜਿਉਂਦੀ ਤਿਉਂ ਪਈ ਰਹੀ। ਤੇ ਅਸੀਂ 2014 ਵਿੱਚ ਫਿਰ ਦੁਬਾਰੇ ਸ਼ੁਰੂ, ਤੇ ਫਿਰ ਝਾੜ ਬੂਟ ਕਈ ਕੁਛ ਹੋ ਗਿਆ ਸੀ, ਫਿਰ ਦੁਬਾਰੇ ਇੱਕ ਵਾਰੀ ਫਿਰ ਆਬਾਦ ਕੀਤੀ ਹੈ। ਟੋਟਲ ਕਿੰਨੀ ਕੁ ਜ਼ਮੀਨ ਹੈਗੀ ਆ ਜਿਹੜੀ ਤੁਹਾਡੇ ਪਿੰਡ ਦੇ ਲੋਕ ਵਾਹੁੰਦੇ ਸੀ ਜਾਂ ਹੁਣ ਵੀ ਵਾਹ ਰਹੇ ਆ? ਹੁਣ ਜਿਹੜੀ ਅਸੀਂ ਸਾਡੀ ਜ਼ਮੀਨ ਤਾਂ ਲਗਭਗ 500 ਏਕੜ ਦੀ ਜ਼ਮੀਨ ਦੇ ਕਰੀਬ ਆ, ਤੇ ਪਰ ਸਾਡੀ ਕੋਈ 53 ਕਿੱਲੇ ਹੈਗੀ ਦਰਿਆ ਦੇ ਵਿੱਚ ਜ਼ਮੀਨ, ਤੇ ਉਹਦੇ ਵਿੱਚੋਂ ਜਿਹੜੀ ਬਾਕੀ ਸਾਡੀ 450 ਏਕੜ ਆ, ਉਹਦੇ ਵਿੱਚੋਂ ਜ਼ਮੀਨ 416 ਕਿੱਲੇ ਅਕਵਾਇਰ ਕੀਤੀ ਗਈ ਆ। ਤੇ ਹੁਣ ਸਾਡੇ ਕੋਲੇ ਨਾ ਸਾਡੇ ਕੋਲ ਕੋਈ ਮਾਲਕੀ ਜ਼ਮੀਨ ਆ ਤੇ ਨਾ ਸਾਡੇ ਕੋਲ ਕੋਈ ਹੋਰ ਜ਼ਮੀਨ ਆ, ਤੇ ਅਸੀਂ ਇਹ ਸਾਡੀ ਅਕਵਾਇਰ ਕੀਤੀ ਹੈ, ਤੇ ਸਾਡੇ ਇਸੇ ਦੇ ਨਿਰਭਰ ਹਾਂ ਅਸੀਂ, ਇਹੋ ਹੀ ਸਾਡਾ ਰੋਜੀ ਰੋਟੀ ਸੀ। ਤੇ ਅਸੀਂ ਜਦੋਂ ਤੋਂ 2014 ਤੋਂ ਵਾਹੁਣ ਲੱਗੇ ਸੀ, ਸਾਡੀ ਪਹਿਲੋਂ ਨਾਲੋਂ ਸਾਡਾ ਕਾਫੀ ਫਰਕ ਪਿਆ ਸੀ। ਅਸੀਂ ਕਿਹਾ ਵੀ ਚਲੋ ਅਸੀਂ ਕਿਸੇ ਗਿਣਤੀ ਮਿਣਤੀ ਦੇ ਵਿੱਚ ਆ ਗਏ ਹਾਂ। ਤਾਂ ਇਹ ਵੀ ਹੈ ਕਿ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਆ, ਤਾਂ ਜਿਹੜੇ ਪੂਰਾ ਪਿੰਡ ਵਸਿਆ ਹੋਇਆ ਉਹ ਅਕਵਾਇਰ ਕੀਤੀ ਜ਼ਮੀਨ ਦੇ ਵਿੱਚ ਹੀ ਇਹ ਪਿੰਡ ਸ਼ਾਮਲ ਹੁੰਦਾ? ਨਹੀਂ ਜੀ, ਜ਼ਮੀਨ ਇਹ ਪਿੰਡ ਦੀ ਵੈਸੇ ਅਲੱਗ ਜ਼ਮੀਨ ਆ। ਇਹ ਲਾਲ ਲਕੀਰ ਦੇ ਵਿੱਚ 10.5-11 ਕਿੱਲੇ
ਜ਼ਮੀਨ ਆ ਇਹ ਪਿੰਡ ਅਕਵਾਇਰ ਨਹੀਂ ਹੋਇਆ ਤੇ ਪਿੰਡ ਦੇ ਆਲੇ ਦੁਆਲੇ ਬਾਕੀ ਜਿੰਨੀ ਜ਼ਮੀਨ ਆ ਸਾਰੀ ਸਾਡੀ ਅਕਵਾਇਰ 416 ਏਕੜ ਕੀਤੀ ਗਈ ਆ। ਬਾਕੀ 38 ਕੁ ਕਿੱਲੇ ਹੋਰ ਵੀ ਛੱਡੀ ਆ। ਸਾਨੂੰ ਕਹਿੰਦੇ ਸੀ ਵੀ ਇਹ ਤੁਹਾਡੀ ਜ਼ਮੀਨ ਤੁਹਾਡੇ ਮਤਲਬ ਡਿਵੈਲਪਮੈਂਟ ਵਾਸਤੇ ਆ ਵੀ ਜੇ ਅੱਗੇ ਪਿੰਡ ਵਧਦੇ ਆ ਤੇ ਉਹ ਵੀ ਅਸੀਂ ਕਿਹਾ ਚਲੋ ਇਹੀ ਤੇ ਅਸੀਂ ਮਤਲਬ ਇਹ ਜ਼ਮੀਨ ਨੂੰ ਦੇਣ ਵਾਸਤੇ ਕੋਈ ਰਾਜੀ ਨਹੀਂ ਸੀ ਜੀ। ਇਹ ਵੀ ਕਿਹਾ ਗਿਆ ਹੈ, ਤੁਸੀਂ ਗੱਲ ਕੀਤੀ ਹੈ ਵਿਧਾਨ ਸਭਾ ਦੇ ਅੰਦਰ ਜਦੋਂ ਮੁੱਖ ਮੰਤਰੀ ਪੰਜਾਬ ਮਤਾ ਪਾਸ ਕਰ ਰਹੇ ਸੀ, ਮਤੇ ਨੂੰ ਪੜ੍ਹ ਰਹੇ ਸੀ ਤਾਂ ਉਹ ਕਹਿ ਰਹੇ ਸੀ ਕਿ ਜਿਹੜੇ ਉੱਥੋਂ ਦੇ ਲੋਕ ਵਸਣ ਵਾਲੇ ਨੇ ਉਹਨਾਂ ਦੀ ਇਹ ਮੰਗ ਸੀਗੀ ਤੇ ਉਹਨਾਂ ਦੀ ਸਹਿਮਤੀ ਵੀ ਹੈ ਕਿ ਉਹਨਾਂ ਨੂੰ ਰੁਜ਼ਗਾਰ ਦੀ ਲੋੜ ਸੀ। ਇਸ ਤਰ੍ਹਾਂ ਦਾ ਹੋਇਆ ਸਹਿਮਤੀ ਲੈਣ ਵਾਸਤੇ ਕਿਸੇ ਤਰ੍ਹਾਂ ਦੀ ਅਫਸਰਸ਼ਾਹੀ ਜਿਹੜੀ ਹੈਗੀ ਆ ਤੁਹਾਡੇ ਪਿੰਡ ਦੇ ਵਿੱਚ ਆਉਂਦੀ ਰਹੀ? ਨਹੀਂ ਜੀ, ਸਾਡੇ ਕੋਲ ਕੋਈ ਸਹਿਮਤੀ ਲੈਣ ਵਾਸਤੇ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋਲ। ਤੇ ਜੇ ਕਿਸੇ ਨੇ ਕੋਈ ਰਿਪੋਰਟ ਦਿੱਤੀ ਹੈ ਨਾ ਸਹਿਮਤੀ, ਇੱਕ ਉਜੜਨ ਵਾਸਤੇ ਬੰਦਾ ਕਿਵੇਂ ਕਹਿ ਦੂਗਾ ਵੀ ਮੈਂ ਸਹਿਮਤ ਹਾਂ ਤੁਹਾਡੇ ਨਾਲ? ਉਜੜਨ ਵਾਸਤੇ ਬੰਦਾ ਤੇ ਕਹਿ ਨਹੀਂ ਸਕਦਾ। ਇਹਦੇ ਸਹਿਮਤੀ ਦੀ ਗੱਲ ਸੁਣ ਲਓ ਤੁਸੀਂ। ਜਦੋਂ ਇਹਨਾਂ ਨੇ ਗ੍ਰਾਮ ਪੰਚਾਇਤ ਨੂੰ ਬੁਲਾ ਕੇ ਮਤਾ ਪਵਾਇਆ ਜ਼ਮੀਨ ਲੈਣ ਵਾਸਤੇ, ਉਦੋਂ ਵੀ ਇਹਨਾਂ ਨੇ ਧੋਖਾ ਕੀਤਾ ਸਰਕਾਰ ਨੇ, ਕੈਪਟਨ ਸਰਕਾਰ ਨੇ ਵੀ ਸਰਕਾਰ ਨੇ, ਬਾਕੀ ਪ੍ਰਸ਼ਾਸਨ ਨੇ ਕੀਤਾ। ਸਰਕਾਰ ਦੇ ਤੋਂ ਉੱਪਰ ਆਰਡਰ ਹੀ ਹੁੰਦੇ ਆ, ਕਿਸੇ ਐਮਐਲਏ ਦੇ ਲਾ ਲਓ ਜਾਂ ਕਿਸੇ ਮੰਤਰੀ ਦੇ ਲਾ ਲਓ, ਕਿਸ ਤਰ੍ਹਾਂ ਦੇ ਵੀ ਆ ਵੀ ਇਹਨਾਂ ਦਾ ਪ੍ਰਸ਼ਾਸਨ ਨੂੰ ਕਹਿਣਾ ਹੁੰਦਾ। ਜਿਹੜੇ ਪੰਚਾਇਤ ਮਹਿਕਮੇ ਨਾਲ ਇਹ ਕਹਿੰਦੇ ਵੀ ਅਸੀਂ ਤਾਂ ਵੈਸੇ ਸ਼ੋਅ ਕਰਨਾ ਆ ਵੀ ਹਾਂ ਵੀ ਅਸੀਂ ਸਾਡੀ ਸਰਕਾਰ ਨਾਲ ਸਹਿਮਤੀ ਆ ਪਰ ਜ਼ਮੀਨ ਤੁਹਾਡੀ ਲੈਣੀ ਨਹੀਂ ਅਸੀਂ। ਤੇ ਉਸ ਤੋਂ ਬਾਅਦ ਇਹ ਜਦੋਂ ਪਤਾ ਲੱਗਿਆ ਵੀ ਇਹ ਜ਼ਮੀਨ ਦਾ ਇਹਨਾਂ ਸਾਈਨ ਕਰ
ਹੁਣੇ ਬਾਪੂ ਹੁਣੇ ਦੀ ਕਾਫੀ ਉਮਰ ਹੈ ਤੇ ਇਹਨਾਂ ਦੇ ਨਾਲ ਬਾਪੂ ਜੀ ਜਦੋਂ ਤੁਸੀਂ ਇੱਥੇ ਆ ਕੇ ਵਸਦੇ ਹੋ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਉਦੋਂ ਦੀ ਮੇਰੀ 26 ਸਾਲ ਦੀ ਉਮਰ ਸੀ ਜੀ। ਤੇ ਬਾਕੀ ਸਮਾਂ ਇਸੇ ਜ਼ਮੀਨ ਤੇ ਇਸੇ ਪਿੰਡ 'ਚ ਬਚਾਇਆ। ਜੀ। ਤਾਂ ਇਹ ਵੀ ਸੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਆਪਣੇ ਪਿੰਡ ਤੋਂ ਚੱਲ ਕੇ, ਤਾਂ ਉਦੋਂ ਕਿਸ ਤਰ੍ਹਾਂ ਦੀ ਹਾਲਤ ਸੀ, ਜਿਹੜੀਆਂ ਜ਼ਮੀਨਾਂ ਸੀ ਕਿਸ ਤਰ੍ਹਾਂ ਦੇ, ਇੱਥੇ ਕਿਸ ਤਰ੍ਹਾਂ ਦੀ ਹਾਲਤ ਸੀ, ਕਿਸ ਤਰ੍ਹਾਂ ਆਬਾਦ ਕੀਤੀਆਂ ਤੁਸੀਂ, ਕਿੰਨੀ ਕੁ ਮਿਹਨਤ ਲੱਗੀ, ਕਿੰਨੇ ਕੁ ਸਾਲ ਲੱਗੇ? ਸਾਨੂੰ ਜੀ ਕੋਈ 4-5 ਸਾਲ ਲੱਗੇ ਜੀ। ਜ਼ਮੀਨ ਪੱਧਰੀ ਕਰਨ ਤੇ, ਡਿਬੜੇ ਵੱਢਣ ਤੇ, ਪਹਾੜੀ ਕਿਕਰਾਂ ਦੇ ਦਰਖਤ ਬੇਕਾਰ ਵੱਢਣ ਤੇ। ਹਾਂਜੀ। ਤੇ ਬੜੇ ਔਖੇ ਹੋਏ, ਗਰੀਬੀ ਕੱਟੀ, ਬੱਚੇ ਸਾਥੋਂ ਪੜ੍ਹਾਏ ਨਹੀਂ ਗਏ ਉਸ ਗਰੀਬੀ ਕਾਰਨ, ਤੇ ਅਸੀਂ ਬੜੇ ਦੁੱਖ ਵਿੱਚ ਜ਼ਿੰਦਗੀ ਬਚਾਈ ਆ। ਤਾਂ ਜਦੋਂ ਹੁਣ ਲੱਗਦਾ ਤੁਹਾਨੂੰ ਵੀ ਥੋੜਾ ਜਿਹਾ ਆਰਾਮ ਮਿਲਿਆ, ਤੁਹਾਨੂੰ ਜ਼ਮੀਨਾਂ ਉੱਤੇ ਫਸਲਾਂ ਵੀ ਚੰਗੀਆਂ ਹੋਣ ਲੱਗੀਆਂ, ਤਾਂ ਉਦੋਂ ਇਹ ਜ਼ਮੀਨ ਤੁਹਾਡੇ ਹੱਥੋਂ ਖੁੱਸ ਰਹੀ ਹੈ ਤੇ ਸਰਕਾਰ ਤੁਹਾਡੇ ਤੋਂ ਲੈ ਰਹੀ ਹੈ ਜ਼ਮੀਨ? ਹਾਂਜੀ। ਸਾਨੂੰ ਜੋ ਸਰਕਾਰ ਜ਼ਮੀਨ ਲਈ ਰਹੀ ਆ ਬਹੁਤ ਦੁੱਖ ਲੱਗਦਾ ਕਿ ਅਜਾੜਾ ਮੰਨਿਆ ਜਾਂਦਾ। ਦੱਸੋ, ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜੇ ਸਾਡੇ ਕੋਲ ਜ਼ਮੀਨ ਖੋਲੀ ਤੇ ਸਾਡੇ ਪਰਿਵਾਰਾਂ